तिल लावो। बिखम नदी जाए तरनी। ज्ञान ध्यान किछ कर्म न जाना। सार न जाना तेरी। सब ते वड्डा सतगुर नानक। जिन कल राखी मेरी। सब ते वड्डा सतगुर नानक। जिन कल राखी मेरी। सुनी अरदास सुआमी मेरे। सर्ब कला बण आई। प्रगट भई सगले जुग अंतर। गुरु नानक की वड्याई। प्रगट भई सगले जुग अंतर। गुरु नानक की वड्याई। मैं मूर्ख की केतक बात है। कोट पराधी तरियारे। गुरु नानक जिन सुनिया पेखिया। से फिर गरबास न परियारे। गुरु नानक जिन सुनिया पेखिया। से फिर गरबास न परियारे। बलियो चिराग अंधियार में। सब कल उदरी एक नाम धर्म। प्रगट सगल हर पवन में। जन नानक गुर पार ब्रह्म। तेरे कवन कवन गुण कह गावा। तू साहिब गुणी निधाना। तुमरी महिमा बरन ना सकूं। तू ठाकुर ऊच भगवाना। तुमरी महिमा बरन ना सकूं। तू ठाकुर ऊच भगवाना। जुगो जुग अटल सतगुरु गुरगद्दी ते सुभाईमान दसां पातशाहियां दी जोत। गरीब नवाज सतगुरु भगत वत्सल पतित पावन करुणा निधान उपमा महान सतगुरु ਸਾਹਿਬ श्री गुरु ग्रंथ साहिब जी महाराज जी की पावन और पवित्र मुबारक अमृतमयी हजूरी विखे जुड़ बैठी सन्मान सत्कारयोग गुरु रूप साध संगत। सतगुरु जी दियां बेअंत बेअंत रहमतां बख्शिशां होईयां हन। रोजाना की तरह गुरु के पावन दरबार विखे जुड़ मिल बैठन का सुभाग समा मिलिया है और गुरु के प्यार दे खिंचे हुए आप जी गुरु के चरना विखे गुरु की हजूरी विखे
ਗੁਰੂ ਕੇ ਦਰਬਾਰ ਵਿਖੇ ਹਾਜ਼ਰ ਹੋਏ ਹੋ। ਇਸੇ ਨੂੰ ਧੰਨ ਬਾਬਾ ਫਰੀਦ ਸਾਹਿਬ ਨੇ ਕਿਹਾ ਹੈ ਕਿ ਬੇਸ਼ੱਕ ਕੱਪੜੇ ਭੇਜਦੇ ਨੇ ਭੇਜ ਜਾਣ, ਪਰ ਜਿਹੜੀ ਮੇਰੀ ਸਾਈਂ ਦੇ ਨਾਲ ਪ੍ਰੀਤ ਹੈ ਉਹ ਨਹੀਂ ਟੁੱਟਣੀ ਚਾਹੀਦੀ ਹੈ। ਤੇ ਮੈਂ ਵਰਦੇ ਹੋਏ ਮੀਂਹ ਦੇ ਵਿੱਚ ਵੀ ਆਪਣੇ ਸਾਈਂ ਆਪਣੇ ਮਾਲਕ ਦੇ ਦਰ ਤੇ ਜ਼ਰੂਰ ਜਾਵਾਂਗਾ। ਗੁਰੂ ਦਰਬਾਰ ਵਿਖੇ ਜੁੜ ਮਿਲ ਬੈਠ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਪਾਵਨ ਬਾਣੀ ਦੇ ਸ਼ਬਦ ਕੀਰਤਨ ਪਿਆਰ ਔਰ ਸਤਿਕਾਰ ਸਹਿਤ ਆਪ ਜੀ ਨੇ ਸ਼ਰਵਣ ਕੀਤੇ ਸੁਭਾਗ ਘੜੀਆਂ ਦਾ ਲਾਹਾ ਖੱਟਿਆ। ਉਪਰੰਤ ਆਓ ਗੁਰਬਾਣੀ ਵਿਚਾਰ ਦੇ ਨਾਲ ਜੁੜੀਏ। ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਗੱਜ ਵੱਜ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਚਮ ਪਾਤਸ਼ਾਹ ਨਿਮਰਤਾ ਸ਼ਾਂਤੀ ਦੇ ਪੁੰਜ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਸੈਸਕ੍ਰਿਤੀ ਸਲੋਕਾਂ ਦੀ ਨਿਤਾ ਪ੍ਰਤੀ ਆਪ ਜੀ ਗੁਰੂ ਚਰਨਾਂ ਵਿਖੇ ਗੁਰੂ ਦਰਬਾਰ ਵਿਖੇ ਜੁੜ ਮਿਲ ਬੈਠ ਵਿਚਾਰ ਸ਼ਰਵਣ ਕਰਦੇ ਹੋ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਵਰਤਾਈਆਂ ਹਨ। ਇਸ ਪਾਵਨ ਪਵਿੱਤਰ ਬਾਣੀ ਦੇ 63 ਸਲੋਕਾਂ ਤੱਕ ਦੀ ਵਿਚਾਰ ਆਪ ਜੀ ਨੇ ਪਿਛਲੇਰਿਆਂ ਦੀਵਾਨਾਂ 'ਚ ਸ਼ਰਵਣ ਕੀਤੀ ਹੈ। ਕੁੱਲ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ 67 ਸਲੋਕ ਹਨ। ਰਹਿੰਦੇ 4 ਸਲੋਕਾਂ ਦੀ ਵਿਚਾਰ ਅੱਜ ਦੇ ਦੀਵਾਨਾਂ 'ਚ ਆਪਾਂ ਸਾਂਝੀ ਕਰਾਂਗੇ। 4 ਗੁਰੂ ਨਾਨਕ ਸਾਹਿਬ ਜੀ ਦੇ ਔਰ 67 ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਉਚਾਰਨ ਸਲੋਕ ਹਨ। ਇੱਦਾਂ ਇਹਨਾਂ ਕੁੱਲ ਸਲੋਕਾਂ ਦੀ ਗਿਣਤੀ 71 ਬਣਦੀ ਹੈ। ਇੱਦੋਂ ਅੱਗੇ ਗਾਥਾ ਨਾਮਕ ਬਾਣੀ ਹੈ, ਉਹ ਵੀ ਇਸੇ ਤਰ੍ਹਾਂ ਦੇ ਸੈਸਕ੍ਰਿਤੀ ਸਲੋਕ ਹਨ। ਪ੍ਰਕਿਰਤ ਪ੍ਰਾਕਿਰਤ ਤੇ ਪਾਲੀ ਭਾਸ਼ਾ ਦੇ ਵਿੱਚ ਉਚਾਰਨ ਕੀਤੇ ਹੋਏ ਪੰਚਮ ਪਾਤਸ਼ਾਹ ਜੀ ਦੇ ਬਚਨ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਜਿਨ੍ਹਾਂ ਬਚਨਾਂ ਤੋਂ ਕੱਲ੍ਹ ਆਪਾਂ ਵਿਚਾਰ ਨੂੰ ਸੰਕੋਚਿਆ ਸੀ, 2 ਤਰ੍ਹਾਂ ਦੀਆਂ ਬਿਰਤੀਆਂ ਦਾ ਜ਼ਿਕਰ ਸਤਿਗੁਰੂ ਨੇ ਕੀਤਾ। ਇੱਕ ਹੰਕਾਰੀ ਬਿਰਤੀ, ਜਿਹਦੇ ਕੋਲ ਬਾਹਰ ਦਾ ਤਾਣ ਹੈ, ਬਾਹਰ ਦੀ ਤਾਕਤ ਹੈ, ਤੇ ਇਸ ਤਾਕਤ ਦੇ ਨਸ਼ੇ 'ਚ ਉਹ ਮਨੁੱਖ ਬਦ ਫੈਲੀਆਂ ਕਰਦਾ ਹੈ, ਵਿਕਾਰ ਕਮਾਉਂਦਾ ਹੈ, ਵਧੀਕੀਆਂ ਕਰਦਾ ਹੈ। ਉਹਨੂੰ ਮਹਾਰਾਜ ਕਹਿੰਦੇ ਉਹਦਾ ਜਨਮ ਤ੍ਰਿਗ ਹੈ, ਫਿਟਕਾਰਯੋਗ ਹੈ, ਕੋਈ ਔਕਾਤ ਉਹਦੀ ਨਹੀਂ ਹੈ, ਤ੍ਰਿਣ ਸਮਾਨ ਉਹਨੂੰ ਸਤਿਗੁਰਾਂ ਨੇ ਕਿਹਾ। ਦੂਜੇ ਨੰਬਰ 'ਤੇ ਮਹਾਰਾਜ ਨੇ ਜ਼ਿਕਰ ਕੀਤਾ ਉਸ ਮਨੁੱਖ ਦਾ ਜਿਹੜਾ ਹੈ ਤੇ ਗਰੀਬ ਹੈ, ਸਰੀਰ ਕਰਕੇ ਵੀ ਕਮਜ਼ੋਰ ਹੈ, ਔਰ ਬਾਹਰ ਭਾਵਾਂ ਸਮਾਜ ਅੰਦਰ ਉਹਦਾ ਬਹੁਤਾ ਰੁਤਬਾ ਨਹੀਂ ਹੈ, ਕਿਉਂਕਿ ਸਾਡੀ ਸੰਸਾਰ ਦੀ ਇੱਕ ਫਿਤਰਤ ਹੈ, ਇੱਥੇ ਨਿਰਧਨ ਆਦਰ ਕੋਈ ਨਾ ਦੇ। ਗਰੀਬ ਭਾਵੇਂ ਜਿੰਨਾ ਮਰਜ਼ੀ ਸਿਆਣਾ ਹੋਵੇ, ਸਮਝ ਵਾਲੀ ਅਕਲ ਵਾਲੀ ਗੱਲ ਕਰੇ, ਤੇ ਲੋਕ ਫਿਰ ਵੀ ਉਹਦੇ ਵੱਲ ਧਿਆਨ ਕੋਈ ਨਹੀਂ ਦਿੰਦੇ ਹਨ। ਤੇ ਅਮੀਰ ਤਕੜਾ ਐਵੇਂ ਕਮਲੀਆਂ ਵੀ ਮਾਰੀ ਜਾਏ ਤੇ ਲੋਕ ਵਾਹ ਵਾਹ ਕਰਦੇ ਹਨ। ਸਤਿਗੁਰੂ ਬਾਣੀ 'ਚ ਕਹਿੰਦੇ ਆਥ ਹੋਏ ਤਾਂ ਮੁਗਧ ਸਿਆਣਾ, ਜੇ 4 ਪੈਸੇ ਪੱਲੇ ਹੋਣ ਤੇ ਮੁਗਧ ਨੂੰ ਮੂਰਖ ਨੂੰ ਵੀ ਲੋਕ ਸਿਆਣਾ ਕਹਿ ਕੇ ਸਲਾਈ ਜਾਂਦੇ ਹਨ। ਅਸਲ 'ਚ ਉਹਦੇ ਕੋਲ ਜਿਹੜੀ ਧਨ ਦੀ ਤਾਕਤ ਹੈ, ਉਸ ਤਾਕਤ ਕਰਕੇ ਉਹਨੂੰ ਸਲਾਇਆ ਜਾ ਰਿਹਾ ਹੈ। ਕਿਉਂਕਿ ਇਸ ਮਾਇਆ ਕੇ 3 ਨਾਮ ਪਰਸੂ ਪਰਸਾ ਪਰਸਰਾਮ। ਗੱਲ ਮਾਇਆ ਦੀ, ਬੰਦਾ ਗਰੀਬ ਹੈ, ਲੋਕ ਪਰਸੂ ਪਰਸੂ ਕਹਿ ਕੇ ਟੀਚਰਾਂ ਕਰਦੇ ਨੇ। ਥੋੜੇ 4 ਪੈਸੇ ਆਏ, ਉਸੇ ਤਰ੍ਹਾਂ ਥੋੜਾ ਸਤਿਕਾਰ ਹੋ ਗਿਆ ਪਰਸਾ ਜੀ, ਤੇ 4 ਟਕੇ ਹੋਰ ਆ ਗਏ ਤੇ ਫਿਰ ਪਰਸਰਾਮ ਜੀ ਕਹਿ ਕੇ ਲੋਕ ਪਹਿਲਾਂ ਵੀ 2-4 ਲਫ਼ਜ਼ ਸਤਿਕਾਰ ਦੇ ਲਾਉਂਦੇ ਨੇ ਨਾਮ ਤੋਂ ਪਹਿਲਾਂ, ਤੇ ਉਦੋਂ ਬਾਅਦ ਵੀ ਕਈ ਤਰ੍ਹਾਂ ਦੇ ਸਤਿਕਾਰ ਦੇ ਲਫ਼ਜ਼ ਜੋੜਦੇ ਨੇ। ਕਾਰਨ ਕੀ ਆ? ਹੁਣ ਧਨ 4 ਟਕੇ ਕੋਲ ਹਨ।
ਮਹਾਰਾਜ ਕਹਿੰਦੇ ਆਥ ਹੋਏ ਤਾਂ ਮੁਗਧ ਸਿਆਣਾ। ਜੇ 4 ਟਕੇ ਹਨ ਤੇ ਫਿਰ ਸਮਝੋ ਸੰਸਾਰੀ ਮੂਰਖ ਨੂੰ ਵੀ ਸਿਆਣਾ ਕਹੀ ਜਾਂਦੇ ਹਨ। ਪਰ ਮਹਾਰਾਜ ਕਹਿੰਦੇ ਕੋਈ ਹੋਏ ਨਿਮਾਣਾ ਗਰੀਬ ਪਰ ਪਰਮਾਤਮਾ ਦੀ ਭਗਤੀ ਦੇ ਰੰਗ 'ਚ ਰੰਗਿਆ, ਚੰਗੇ ਕਰਮ ਕਰਨ ਵਾਲਾ ਹੈ, ਭਲਾ ਕਰਨ ਵਾਲਾ ਹੈ, ਸਿਮਰਨ ਦਾ ਧਨ ਉਹਦੇ ਕੋਲ ਹੈ, ਉਹ ਮਨੁੱਖ ਉੱਤਮ ਹੈ, ਉਹ ਮਨੁੱਖ ਸ੍ਰੇਸ਼ਟ ਹੈ, ਉਹ ਮਨੁੱਖ ਸ਼੍ਰੋਮਣੀ ਹੈ, ਜਿਹਦੇ ਪੱਲੇ ਵਾਹਿਗੁਰੂ ਦੀ ਬੰਦਗੀ ਦਾ ਧਨ ਹੈ, ਜਿਹਦੇ ਕਰਮ ਉੱਚੇ ਹਨ। ਤੇ ਉਹ ਮਨੁੱਖ ਨੀਵਾਂ ਹੈ ਜਿਹਦੇ ਕੋਲ ਬਾਹਰ ਦਾ ਧਨ ਤੇ ਹੈ ਪਰ ਨਾ ਕਰਮ ਚੰਗੇ ਨੇ, ਨਾ ਵਾਹਿਗੁਰੂ ਦੀ ਇਬਾਦਤ ਤੇ ਭਗਤੀ ਹੈ। ਇਦੋਂ ਅੱਗੇ ਅੱਜ 64 ਨੰਬਰ ਸ਼ਲੋਕ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਕਿ ਜਦੋਂ ਅਕਾਲ ਪੁਰਖ ਵਾਹਿਗੁਰੂ ਤੇ ਗੁਰੂ ਦੀ ਰਹਿਮਤ ਕਿਸੇ ਤੇ ਵਰਤ ਜਾਏ ਤੇ ਉਹ ਬਾਹਰ ਦਾ ਨਿਮਾਣਾ ਨਿਤਾਣਿਆ ਜਾਂ ਜੀਵ ਵੀ ਬੜਾ ਮਹਾਨ ਹੋ ਨਿਬੜਦਾ ਜੇ। ਜਦੋਂ ਗੁਰੂ ਕਿਰਪਾ ਕਿਸੇ ਤੇ ਵਰਤਾਉਂਦੇ ਹਨ, ਸਤਿਗੁਰੂ ਫਰਮਾਨ ਕਰਦੇ ਹਨ ਤਿਰਣੰ ਤਾਂ ਮੇਰੰ ਸਹਿਕੰ ਤਾਂ ਹਰੀਅੰ। ਤ੍ਰਿਣ ਭਾਵ ਬਿਲਕੁਲ ਮਾਮੂਲੀ ਤੀਲਾ ਕੁਝ ਵੀ ਨਾ ਜਿਹੜਾ ਹੋਏ। ਜੇ ਗੁਰੂ ਦੀ ਵਾਹਿਗੁਰੂ ਦੀ ਰਹਿਮਤ ਹੋਵੇ ਤੇ ਜਿਹੜਾ ਬਿਲਕੁਲ ਤੀਲੇ ਦੀ ਤਰ੍ਹਾਂ ਕੱਖ ਦੀ ਤਰ੍ਹਾਂ ਜਿਹਦਾ ਕੋਈ ਰੁਤਬਾ ਹੀ ਨਹੀਂ ਹੈ ਸਮਾਜ ਅੰਦਰ, ਗੁਰੂ ਉਹਨੂੰ ਵੀ ਸੁਮੇਰ ਜਿੰਨਾ ਭਾਵ ਬਹੁਤ ਉੱਚਾ ਬਣਾ ਦਿੰਦੇ ਹਨ ਜਦੋਂ ਗੁਰੂ ਦੀ ਨਜ਼ਰ ਵਰਤਦੀ, ਵਾਹਿਗੁਰੂ ਦੀ ਨਜ਼ਰ ਵਰਤਦੀ ਹੈ। ਹੁਣੇ ਭਾਈ ਸਾਹਿਬ ਨੇ ਸ਼ਬਦ ਪੜ੍ਹਿਆ ਸੀ, 3 ਸ਼ਬਦਾਂ ਦਾ ਕੀਰਤਨ ਉਹਨਾਂ ਨੇ ਕੀਤਾ। ਦੂਜੇ ਨੰਬਰ ਤੇ ਉਹਨਾਂ ਨੇ ਇੱਕ ਸ਼ਬਦ ਪੜ੍ਹਿਆ, ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ। ਜਿਹੜੇ ਸ਼ਬਦ 'ਚ ਸਤਿਗੁਰੂ ਨੇ ਭਗਤਾਂ ਦਾ ਜ਼ਿਕਰ ਕੀਤਾ, ਭਗਤ ਕਬੀਰ ਸਾਹਿਬ, ਭਗਤ ਨਾਮਦੇਵ, ਭਗਤ ਰਵਿਦਾਸ ਜੀ ਦਾ, ਭਗਤ ਸੈਣ ਜੀ ਦਾ, ਭਗਤ ਧੰਨਾ ਜੀ ਦਾ। ਹੁਣ ਬਾਹਰੀ ਤੌਰ ਤੇ ਇਹ ਭਗਤ ਗਰੀਬ, ਕੋਈ ਬਾਹਰ ਦੇ ਟਕੇ ਇਹਨਾਂ ਦੇ ਕੋਲ ਬਹੁਤੇ ਨਹੀਂ ਸਨ, ਪਰ ਵਾਹਿਗੁਰੂ ਦੀ ਬੰਦਗੀ ਦਾ ਧਨ ਇਹਨਾਂ ਦੇ ਕੋਲ ਸੀ। ਤੇ ਉਸ ਧਨ ਦੀ ਬਰਕਤ ਸਦਕਾ, ਨਾਮ ਧਨ ਦੀ ਬਰਕਤ ਸਦਕਾ ਅੱਜ ਵੀ ਉਹਨਾਂ ਭਗਤਾਂ ਦੇ ਚਰਨਾਂ 'ਚ ਨਮਸਕਾਰਾਂ ਦੁਨੀਆ ਕਰ ਰਹੀ ਤੇ ਰਹਿੰਦੀ ਦੁਨੀਆ ਤੱਕ ਨਮਸਕਾਰਾਂ ਹੋਣੀਆਂ ਨੇ। ਜਿਹਨੂੰ ਬਾਣੀ 'ਚ ਵੀ ਮਹਾਰਾਜ ਕਹਿੰਦੇ ਹਨ ਕਿ ਇਸ ਯੁੱਗ ਮੈਂ ਸ਼ੋਭਾ ਨਾਮ ਕੀ ਬਿਨ ਨਾਮੈ ਸ਼ੋਭ ਨਾ ਹੋਈ, ਮਾਇਆ ਕੀ ਸ਼ੋਭਾ 4 ਦਿਹਾੜੇ ਜਾਂਦੇ ਬਿਲਮ ਨਾ ਹੋਈ। ਮਹਾਰਾਜ ਕਹਿੰਦੇ ਜਿਸ ਸ਼ੋਭਾ ਕੋ ਕਰੈ ਭਲੀ ਕਰਨੀ ਸਾ ਸ਼ੋਭਾ, ਭਜ ਹਰ ਕੀ ਸ਼ਰਨੀ। ਤੂੰ ਮਾਲਕ ਦੀ ਚਰਨ ਸ਼ਰਨ 'ਚ ਨਾਮ ਇਬਾਦਤ 'ਚ ਜੁੜ, ਵੇਖ ਤੇਰੀ ਜੁਗਾਂ ਜੁਗਾਂਤਰਾਂ ਤੱਕ ਕਿੱਦਾਂ ਵਡਿਆਈ ਹੁੰਦੀ ਆ। ਉਹ ਸਤਿਗੁਰਾਂ ਦੇ ਬਚਨ ਭਾਈ ਸਾਹਿਬ ਨੇ ਕੀਰਤਨ ਰੂਪ 'ਚ ਵੀ ਗਾਇਨ ਕੀਤੇ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਟ ਦਮ ਕੋ ਸ਼ੀਪਰੋ ਹੋਇਓ ਲਾਖੀਣਾ। ਪਹਿਲੀ ਭਗਤ ਨਾਮਦੇਵ ਜੀ ਦੀ ਉਹਨਾਂ ਨੇ ਗੱਲ ਕੀਤੀ ਕਿ ਗੋਬਿੰਦ ਦੇ ਨਾਲ ਜੁੜ ਕੇ ਜਿਹਨੂੰ ਲੋਕ ਸ਼ੀਪਾ ਸ਼ੀਪਾ ਕਹਿੰਦੇ ਸਨ, ਉਹ ਵੇਖੋ ਕਿੱਡਾ ਮਹਾਨ ਬਣ ਗਿਆ। ਬੁਣਨਾ ਤਨਣਾ ਤਿਆਗ ਕੈ ਪ੍ਰੀਤ, ਚਰਨ ਕਬੀਰਾ ਨੀਚ ਕੁੱਲਾ ਚੁਲਾਹਰਾ ਭਇਓ ਗੁਣੀ ਗਹੀਰਾ। ਕਬੀਰ ਦੀਆਂ ਵਡਿਆਈਆਂ ਜਗਤ ਅੰਦਰ ਫੈਲ ਗਈਆਂ ਜਦੋਂ ਉਹ ਇਬਾਦਤ ਬੰਦਗੀ ਦੇ ਨਾਲ ਜੁੜ ਗਏ। ਰਵਿਦਾਸ ਢਵੰਤਾ ਢੋਰ ਨੀਤ, ਤਿਨ ਤਿਆਗੀ ਮਾਇਆ ਹਿਰਦੈ ਵਸਿਆ ਪਾਰ ਬ੍ਰਹਮ। ਉਹ ਕਹਿੰਦੇ ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ। ਰਵਿਦਾਸ ਢਵੰਤਾ ਢੋਰ ਨੀਤ, ਤਿਨ ਤਿਆਗੀ ਮਾਇਆ ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ। ਰਵਿਦਾਸ ਸਾਹਿਬ 2 ਤਰ੍ਹਾਂ ਦੀ ਕਿਰਤ ਬਾਰੇ ਬਾਣੀ 'ਚ ਜ਼ਿਕਰ ਮਿਲਦਾ। ਇੱਕ ਤੇ ਉਹ ਮਰੇ ਪਸ਼ੂ ਢੋਣ ਦਾ ਕੰਮ ਕਰਦੇ ਸਨ ਤੇ ਦੂਜੇ ਨੰਬਰ ਤੇ ਜੁੱਤੀਆਂ ਗੰਢਣ ਦਾ ਕੰਮ। ਮਹਾਰਾਜ ਕਹਿੰਦੇ ਜਦੋਂ ਉਹ ਬੰਦਗੀ 'ਚ ਜੁੜ ਗਏ ਤੇ ਭਗਤ ਭਗਤ ਜਗ ਵੱਜਿਆ, ਉਹਨਾਂ ਦੀ ਵੀ ਵਡਿਆਈ। ਬਲਕਿ ਉਹ ਆਪ ਇੱਕ ਜਗ੍ਹਾ ਫਰਮਾਨ ਕਰਦੇ ਹਨ ਕਿ ਕਿੱਥੇ ਤੇ ਲੋਕ ਮੈਨੂੰ ਨੀਵੀਂ ਜਾਤ ਦਾ ਕਹਿ ਕੇ ਮੇਰੇ ਨਾਲ ਵਿਤਕਰਾ ਕਰਦੇ ਸਨ, ਤੇ ਕਿੱਥੇ ਹੁਣ ਰੱਬ ਦੀ ਬੰਦਗੀ ਦਾ ਐਸਾ ਪ੍ਰਤਾਪ ਤੇ ਪ੍ਰਭਾਵ ਬਣ ਗਿਆ ਹੈ ਕਿ ਜਿਹੜਾ ਬਨਾਰਸ ਦਾ ਸ਼੍ਰੋਮਣੀ ਪੰਡਤ ਹੈ ਉਹ ਵੀ ਮੇਰੇ ਕੋਲ ਆ ਕੇ ਝੁਕਦਾ ਹੈ। ਉਹ ਕਾਹਦਾ ਪ੍ਰਤਾਪ? ਬੰਦਗੀ ਦਾ। ਸੈਣ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ ਹਿਰਦੈ ਵਸਿਆ ਪਾਰ ਬ੍ਰਹਮ। ਭਗਤਾਂ ਮੈਂ ਗਣਿਆ ਇਹ ਬਿਦ ਸੁਣ ਕੇ ਜੱਟ ਰੋ ਉੱਠ ਭਗਤੀ ਲਾਗਾ, ਮਿਲੈ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ।
ਸੋ ਮਹਾਰਾਜ ਨੇ ਇਸ ਸ਼ਬਦ ਅੰਦਰ ਗੱਲ ਕੀਤੀ ਭਗਤਾਂ ਦੀ ਕਿ ਵੇਖੋ ਇਬਾਦਤ ਦੇ ਨਾਲ ਜੁੜੇ ਰੱਬੀ ਰਹਿਮਤ ਵਰਤੀ ਕਿੰਨੇ ਮਹਾਨ ਬਣ ਗਏ। ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਵਾਜ ਗੁਸਈਆਂ ਮੇਰਾ ਮਾਥੈ ਛਤਰ ਧਰੇ, ਜਾਂ ਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਡਰੈ, ਨੀਚੇ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਉਹਨੂੰ ਕਿਸੇ ਦੀ ਪਰਵਾਹ ਨਹੀਂ ਹੈ। ਉਹਦੀ ਵੱਡੀ ਵਡਿਆਈ ਹੈ ਕਿ ਉਹ ਨਿਮਾਣਿਆਂ ਨੂੰ ਮਾਣ ਦੇ ਕੇ ਉਹਨਾਂ ਨੂੰ ਮਹਾਨ ਬਣਾ ਦਿੰਦਾ ਹੈ, ਤੇ ਨਿਮਾਣਿਆਂ ਦੀ ਆਪਣੀ ਵੀ ਕਮਾਈ ਹੁੰਦੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੀ ਇੱਕ ਬੜੀ ਪਿਆਰੀ ਸਾਖੀ ਹੈ। ਮਹਾਰਾਜ ਸੱਚੇ ਪਾਤਸ਼ਾਹ ਮਾਝੇ ਦੇ ਇਲਾਕੇ 'ਚ ਵਿਚਰ ਰਹੇ ਸਨ। ਉਹਨਾਂ ਨੇ ਗੋਇੰਦਵਾਲ ਸਾਹਿਬ ਆਉਣਾ ਸੀ। ਸ਼ਾਮਾਂ ਦਾ ਵੇਲਾ ਇੱਦਾਂ ਹੀ ਮੀਂਹ ਪੈਣਾ ਸ਼ੁਰੂ ਹੋ ਗਿਆ। ਪਹਿਲਾਂ ਹਲਕੀ ਬਰਸਾਤ, ਫਿਰ ਕੁਝ ਮੀਂਹ ਤੇਜ਼ ਹੋ ਗਿਆ। ਪਿੰਡ ਸੀ ਉੱਥੇ ਖਾਨਪੁਰ, ਬੜੇ ਲੋਕ ਤਕੜੇ ਅਮੀਰ ਰਹਿੰਦੇ ਸਨ, ਖਾਨ ਲੋਕ। ਤੇ ਸਿੱਖਾਂ ਨੇ ਸੋਚਿਆ ਕਿ ਹੁਣ ਇੱਕਦਮ ਮੀਂਹ ਆ ਗਿਆ ਹੈ, ਕਿਸੇ ਨਾ ਕਿਸੇ ਘਰ ਰਹਿਣ ਦਾ ਕੋਈ ਪ੍ਰਬੰਧ ਕਰਦੇ ਹਾਂ ਤੇ ਉੱਥੇ ਰਾਤ ਕੱਟ ਕੇ ਸਵੇਰੇ ਚਲੇ ਜਾਵਾਂਗੇ। ਹੁਣ ਮੀਂਹ 'ਚ ਕਿੱਥੇ ਜਾਵਾਂਗੇ, ਔਰ ਪੁਰਾਤਨ ਸਮਾਂ ਤੇ ਰਸਤੇ ਵੀ ਇੱਦਾਂ ਦੇ, ਕੋਈ ਸਾਧਨ ਵੀ ਨਹੀਂ। ਮਹਾਰਾਜ ਨਗਰ ਦੇ ਬਾਰ-ਬਾਰ ਦਰਖਤ ਦੇ ਥੱਲੇ ਹਨ ਕੁਝ ਸਿੱਖ ਸਤਿਗੁਰਾਂ ਦੇ ਨਾਲ। ਕੁਝ ਸਿੱਖ ਖਾਨਪੁਰ ਨਗਰ 'ਚ ਗਏ ਜਿੱਥੇ ਬੜੇ ਬੜੇ ਤਕੜੇ ਅਮੀਰ ਸੋਹਣੇ ਪੱਕੇ ਘਰਾਂ 'ਚ ਰਹਿੰਦੇ ਹਨ। ਸਿੱਖਾਂ ਨੇ ਕਈ ਘਰਾਂ ਦਾ ਜਾ ਕੇ ਦਰਵਾਜ਼ਾ ਖੜਕਾਇਆ। ਰਹਿਣ ਦੇ ਲਈ ਰਾਤ ਕੱਟਣੀ ਹੈ, ਜਗ੍ਹਾ ਚਾਹੀਦੀ ਹੈ, ਸਤਿਗੁਰੂ ਨਾਲ ਹਨ। ਪਰ ਐਸੇ ਹੰਕਾਰੀ ਲੋਕ, ਮਾਇਆ ਧਾਰੀ ਲੋਕ, ਕਿਸੇ ਨੇ ਹਾਂ ਕੋਈ ਨਾ ਕੀਤੀ, ਸਭ ਇਨਕਾਰ ਕਰੀ ਗਏ। ਸਿੱਖ ਵਾਪਸ ਆ ਗਏ ਮਹਾਰਾਜ ਦੇ ਕੋਲ। ਉੱਥੇ ਕੁਝ ਦੂਰੀ ਤੇ ਇੱਕ ਛੋਟੀ ਜਿਹੀ ਝੁੱਗੀ ਸੀ ਭਾਈ ਹੇਮੇ ਦੀ, ਬੜੀ ਛੋਟੀ ਜਿਹੀ ਝੁੱਗੀ। ਗਰੀਬ, ਉਹ ਬਿਲਕੁਲ ਗਰੀਬ ਕਿਰਤੀ, ਨਾ ਉਹਦੇ ਕੋਲ ਕੋਈ ਜ਼ਮੀਨ ਜਾਇਦਾਦ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਉਣ ਬਾਰੇ ਉਹਨੂੰ ਪਤਾ ਲੱਗਿਆ। ਭਾਈ ਹੇਮਾ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਪਹੁੰਚਿਆ। ਮਹਾਰਾਜ ਕੋਈ ਉੱਚਾ ਸੋਹਣਾ ਮਹਿਲ ਤਾਂ ਨਹੀਂ ਹੈ, ਗਰੀਬ ਦੀ ਝੁੱਗੀ ਹੈ, ਆਪ ਆਵੋ, ਕਿਰਪਾ ਕਰਕੇ ਉੱਥੇ ਸਿੱਖਾਂ ਸਮੇਤ ਆਪਣੇ ਚਰਨ ਪਾਵੋ, ਨਿਵਾਸ ਕਰੋ। ਮੀਂਹ ਦਾ ਸਮਾਂ ਕਿੱਥੇ ਬਾਹਰ ਆਪ ਸਮਾਂ ਕੱਟੋਗੇ। ਮਹਾਰਾਜ ਸੱਚੇ ਪਾਤਸ਼ਾਹ ਬਿਲਕੁਲ ਟੁੱਟੀ ਜਿਹੀ ਝੁੱਗੀ, ਕੱਖਾਂ ਦੀ ਬਣੀ ਹੋਈ ਛੰਨ ਸੀ, ਉਹਦੇ ਅੰਦਰ ਸਤਿਗੁਰੂ ਜੀ ਗਏ। ਜੋ ਇਹਦੇ ਕੋਲ ਥੋੜਾ ਬਹੁਤਾ ਅੰਨ, ਅਨਾਜ, ਆਟਾ ਸੀ, ਇਹਨੇ ਉਹ ਭੋਜਨ ਲੰਗਰ ਤਿਆਰ ਕੀਤਾ, ਸਤਿਗੁਰਾਂ ਦੀ ਸੇਵਾ ਕੀਤੀ, ਸਿੱਖਾਂ ਦੀ ਸੇਵਾ ਕੀਤੀ। ਸਾਰੀ ਰਾਤ ਭਾਈ ਹੇਮੇ ਦੀ ਝੁੱਗੀ ਦੇ ਵਿੱਚ ਬਾਣੀ ਦੇ ਕੀਰਤਨ ਦੇ ਪ੍ਰਵਾਹ ਚੱਲਦੇ ਰਹੇ, ਰੱਬੀ ਸਿਫਤ ਸਲਾਹ ਚੱਲਦੀ ਰਹੀ। ਸਵੇਰ ਨੂੰ ਐਨ ਸਾਫ਼ ਦਿਨ ਚੜ੍ਹ ਆਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਦੋਂ ਫਿਰ ਇੱਕ ਬਚਨ ਕਿਹਾ ਕਿ ਵੇਖੋ ਭਾਈ ਸਿੱਖੋ, ਇੱਕ ਪਾਸੇ ਉਹ ਸਾਹਮਣੇ ਉੱਚਾ ਪਿੰਡ, ਵੱਡੇ ਵੱਡੇ ਮਹਿਲ ਮਨਾਰੇ, ਦੂਜੇ ਪਾਸੇ ਆ ਭਾਈ ਹੇਮੇ ਦੀ ਛੋਟੀ ਜਿਹੀ ਟੁੱਟੀ ਹੋਈ ਝੁੱਗੀ। ਗੱਲ ਇਹ ਨਹੀਂ ਹੈ ਕਿ ਬਾਹਰੋਂ ਘਰ ਕਿਹਦਾ ਉੱਚਾ ਹੈ ਤੇ ਕਿਹਦਾ ਨੀਵਾਂ ਹੈ, ਕਿਹਦਾ ਵੱਡਾ ਹੈ ਕਿਹਦਾ ਛੋਟਾ ਹੈ। ਗੱਲ ਇਹ ਹੈ ਕਿ ਅੰਦਰ ਜਿਗਰਾ ਕਿਹਦਾ ਵੱਡਾ ਤੇ ਕਿਹਦਾ ਛੋਟਾ ਹੈ। ਉੱਥੇ ਸਤਿਗੁਰਾਂ ਬਚਨ ਕੀਤਾ, ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ, ਕਿਤ ਹੀ ਕਾਮ ਨਾ ਧੌਲ ਹਰ ਜਿਤ ਹਰ ਬਿਸਰਾਏ। ਮਹਾਰਾਜ ਕਹਿੰਦੇ ਉਹ ਉੱਚੇ ਮਹਿਲ ਮਨਾਰੇ ਵੀ ਕਿਸੇ ਕੰਮ ਨਹੀਂ ਜਿੱਥੇ ਰਹਿਣ ਵਾਲਿਆਂ ਨੂੰ ਰੱਬ ਹੀ ਚੇਤੇ ਨਹੀਂ ਹੈ, ਤੇ ਉਹ ਛੋਟੀ ਜਿਹੀ ਕੱਖਾਂ ਦੀ ਛੰਨ ਵੀ ਭਲੀ ਹੈ ਜਿੱਥੇ ਰਹਿਣ ਵਾਲੇ ਨੂੰ ਰੱਬ ਵੀ ਚੇਤੇ ਹੈ ਤੇ ਆਏ ਗਏ ਦੀ ਸੇਵਾ ਕਰਨ ਵਾਲੀ ਬਿਰਤੀ ਵੀ ਹੈ। ਹੁਣ ਵੇਖੋ ਉਹ ਟੁੱਟੀ ਝੁੱਗੀ ਸੀ, ਅੱਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੋਹਣੇ ਅਸਥਾਨ ਬਣ ਗਏ, ਕਿਉਂਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋਤਾਨ ਸੁਹਾਵਾ ਰਾਮ ਰਾਜ। ਤੇ ਉਹ ਜਿਹੜੇ ਮਹਿਲ ਮਨਾਰੇ ਸਨ ਮਿੱਟੀ 'ਚ ਮਿੱਟੀ ਹੋ ਗਏ, ਅੱਜ ਉਹਨਾਂ ਦਾ ਕਿਸੇ ਨੂੰ ਪਤਾ ਤੱਕ ਨਹੀਂ ਹੈ। ਤੇ ਭਾਈ ਹੇਮੇ ਦੀ ਕੁੱਲ ਦੁਨੀਆ ਦੇ ਵਿੱਚ ਵਡਿਆਈ ਹੈ। ਜਿਹਦੇ ਤੇ ਗੁਰੂ ਦੀ ਨਜ਼ਰ ਵਰਤ ਜਾਵੇ ਉਹ ਫਿਰ ਨਿਮਾਣਾ ਵੀ ਮਹਾਨ ਬਣਦਾ ਹੈ, ਉਹ ਬਿਲਕੁਲ ਗਰੀਬ ਵੀ ਬੜਾ ਉੱਚਾ ਬਣਦਾ ਹੈ ਜਦੋਂ ਗੁਰੂ ਦੀ ਰਹਿਮਤ, ਗੁਰੂ ਦੀ ਬਖਸ਼ਿਸ਼ ਵਰਤਦੀ ਹੈ। ਮਹਾਰਾਜ ਕਹਿੰਦੇ ਤਿਰਣੰ ਤਾਂ ਮੇਰੰ ਸਹਿਕੰ ਤਾਂ ਹਰੀਅੰ। ਜਦੋਂ ਦਾਤੇ ਦੀ ਰਹਿਮਤ ਵਰਤਦੀ ਹੈ, ਜਿਹਦੀ ਔਕਾਤ ਕੱਖਾਂ ਜਿੰਨੀ ਹੁੰਦੀ ਹੈ, ਉਹ ਮੇਰ ਸਮੇਰ ਜਿੰਨਾ ਵੱਡਾ ਹੋ ਨਿਬੜਦਾ ਹੈ। ਤੇ ਗੁਰੂ ਰਹਿਮਤ ਕਰਕੇ ਸੁੱਕਿਆਂ ਨੂੰ ਵੀ ਇੱਕ ਖਿੰਨ ਦੇ ਵਿੱਚ ਹਰੇ ਕਰ ਦਿੰਦੇ ਜੇ। ਸੁੱਕੇ ਹਰੇ
ਕੀਏ ਖਿਨ। ਇੱਕ ਬਚਨ ਆਪਾਂ ਰੋਜ਼ ਗੁਰੂ ਕੀ ਬਾਣੀ ਦਾ ਪੜ੍ਹਦੇ ਹਾਂ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਇਹ ਹੈ ਗੁਰੂ ਦੀ ਕਿਰਪਾ, ਗੁਰੂ ਦੀ ਰਹਿਮਤ। ਅੱਗੇ ਮਹਾਰਾਜ ਕਹਿੰਦੇ ਬੂਢੰਗ ਤਾਂ ਤਰੀਅੰ ਊਣੰਗ ਤਾਂ ਭਰੀਅੰ। ਜਿਹੜੇ ਡੁੱਬ ਰਹੇ ਨੇ ਗੁਰੂ ਉਹਨਾਂ ਨੂੰ ਕਿਰਪਾ ਕਰਕੇ ਡੁੱਬਣ ਤੋਂ ਬਚਾ ਦਿੰਦੇ ਹਨ। ਜਿਹੜੇ ਗੋਤੇ ਖਾ ਰਹੇ ਨੇ ਸੰਸਾਰ ਦੀਆਂ ਵਿਸ਼ਿਆਂ ਵਿਕਾਰਾਂ ਦੀਆਂ ਲਹਿਰਾਂ ਦੇ ਵਿੱਚ, ਤੇ ਜਿਨ੍ਹਾਂ ਬਾਰੇ ਸਾਰੇ ਸੋਚਦੇ ਨੇ ਕਿ ਇਹ ਤੇ ਅੱਜ ਵੀ ਡੁੱਬਿਆ ਤੇ ਇਹ ਕੱਲ ਵੀ ਡੁੱਬਿਆ, ਗੁਰੂ ਰਹਿਮਤ ਕਰਕੇ ਡੁੱਬਦਿਆਂ ਨੂੰ ਵੀ ਪਾਰ ਲੰਘਾ ਦਿੰਦੇ ਹਨ। ਇਹ ਗੁਰੂ ਦੀ ਵਡਿਆਈ ਹੈ। ਨਾਰਾਇਣ ਨਰਪਤ ਨਮਸਕਾਰ ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ। ਇਸੇ ਕਰਕੇ ਆਪਾਂ ਗੁਰੂ ਅੱਗੇ ਅਰਦਾਸ ਕਰਨੀ ਹੈ, ਗੁਰ ਤਾਰ ਤਾਰਨ ਹਾਰਿਆ। हे ਸੰਸਾਰ ਸਾਗਰ ਤੋਂ ਪਾਰ ਲੰਘਾਉਣ ਵਾਲੇ ਦਾਤਾ ਜੀ, ਕਿਰਪਾ ਕਰਕੇ ਸਾਡਾ ਵੀ ਪਾਰ ਉਤਾਰਾ ਕਰੋ। ਊਣੰਗ ਤਾਂ ਭਰੀਅੰ, ਜਿਹੜੇ ਊਣੇ ਹਨ, ਗੁਣਾਂ ਤੋਂ ਸਖਣੇ ਨੇ, ਗੁਣਾਂ ਤੋਂ ਖਾਲੀ ਨੇ, ਗੁਰੂ ਰਹਿਮਤ ਕਰਦੇ ਉਹਨਾਂ ਨੂੰ ਐਨ ਗੁਣਾਂ ਦੇ ਨਾਲ ਨਕਾ ਨਕ ਭਰ ਦਿੰਦੇ ਹਨ, ਗੁਣਵਾਨ ਬਣਾ ਦਿੰਦੇ ਹਨ। ਗੁਰੂ ਉਹਨਾਂ ਠੱਗਾਂ ਨੂੰ ਵੀ ਸੱਚੇ ਸੱਜਣ ਬਣਾ ਦਿੰਦੇ ਨੇ ਜਦੋਂ ਗੁਰੂ ਦੀ ਨਜ਼ਰ ਤੇ ਰਹਿਮਤ ਬਖਸ਼ਿਸ਼ ਵਰਤਦੀ ਹੈ। ਅੰਧਕਾਰ ਕੋਟ ਸੂਰ ਉਜਾਰਨ, ਜਿਨ੍ਹਾਂ ਦੇ ਜੀਵਨ ਦੇ ਵਿੱਚ ਅਗਿਆਨਤਾ ਦਾ ਐਨ ਘੁੱਪ ਹਨੇਰਾ ਹੈ, ਸਮਝ ਹੀ ਕੋਈ ਨਹੀਂ ਹੈ ਧਰਮ ਦੀ, ਗਿਆਨ ਦੀ, ਸੱਚ ਦੀ। ਗੁਰੂ ਰਹਿਮਤ ਵਰਤਾਉਂਦੇ ਉਹਨਾਂ ਦੇ ਜੀਵਨ ਅੰਦਰ ਇੰਨਾ ਪ੍ਰਕਾਸ਼, ਇੰਨਾ ਚਾਨਣ ਕਰ ਦਿੰਦੇ ਹਨ, ਮਾਨੋ ਉਹਨਾਂ ਦੇ ਜੀਵਨ 'ਚ ਕਰੋੜਾਂ ਸੂਰਜਾਂ ਜਿੰਨਾ ਪ੍ਰਕਾਸ਼ ਉਹ ਨਿਬੜਦਾ ਹੈ ਗੁਰੂ ਦੇ ਗਿਆਨ ਦਾ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ। ਭੱਟ ਜੀ ਕਹਿੰਦੇ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁੰਨ, ਅਗਨ ਕਟੈ ਸਭ ਤੇਰੇ। ਅਖੀਰ ਫਿਰ ਇਸ ਸ਼ਲੋਕ 'ਚ ਸਤਿਗੁਰੂ ਫਰਮਾਉਂਦੇ ਹਨ, ਬਿਨਵੰਤ ਨਾਨਕ ਹਰ ਗੁਰ ਦਿਆਰੰ। ਇਹ ਸਾਰੀਆਂ ਰਹਿਮਤਾਂ ਕਿਹਦੇ ਤੇ ਵਰਤਦੀਆਂ ਨੇ? ਹਰ ਗੁਰ ਦਿਆਰੰਗ, ਜਿਹਦੇ ਤੇ ਹਰੀ ਤੇ ਗੁਰੂ ਦਿਆਲੂ ਤੇ ਕਿਰਪਾਲੂ ਹੁੰਦੇ ਨੇ, ਉਹ ਫਿਰ ਕੱਖਾਂ ਤੋਂ ਲੱਖਾਂ ਦਾ ਬਣਦਾ ਹੈ। ਉਹ ਫਿਰ ਸੁੱਕੇ ਤੋਂ ਹਰਿਆ ਹੁੰਦਾ ਹੈ, ਡੁੱਬ ਰਹੇ ਤੋਂ ਪਾਰ ਲੰਘਦਾ, ਊਣੇ ਤੋਂ ਉਹ ਪਰ ਜਾਂਦਾ, ਅਗਿਆਨਤਾ ਦੇ ਹਨੇਰੇ ਤੋਂ ਉਹ ਗਿਆਨ ਦੇ ਐਨ ਚਾਨਣ 'ਚ ਪਹੁੰਚ ਜਾਂਦਾ ਹੈ। ਇਦੋਂ ਅੱਗੇ 65 ਨੰਬਰ ਸ਼ਲੋਕ 'ਚ ਸਤਿਗੁਰੂ ਫਰਮਾਨ ਕਰਦੇ ਨੇ, ਬ੍ਰਾਹਮਣ ਸੰਗ ਉਦਰਣੰ ਬ੍ਰਹਮ ਕਰਮ ਜੇ ਪੂਰਨ। ਹੁਣ ਬ੍ਰਾਹਮਣ ਕੌਣ ਹੈ? ਇੱਕ ਤੇ ਸਨਾਤਨ ਮਤ ਦੀ ਵਰਨ ਵੰਡ 'ਚ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ, ਇਹ 4 ਵਰਨ ਉਹਨਾਂ ਨੇ ਬਣਾਏ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ 'ਚ ਬ੍ਰਾਹਮਣ ਦੀ ਉਦਾਹਰਣ ਦਿੱਤੀ ਹੈ। ਕਬੀਰ ਸਾਹਿਬ ਨੇ ਤੇ ਬੜਾ ਸਪਸ਼ਟ ਸ਼ਬਦਾਂ 'ਚ ਕਿਹਾ ਕਿ ਮੈਂ ਉਹਨੂੰ ਬ੍ਰਾਹਮਣ ਨਹੀਂ ਮੰਨਦਾ ਹਾਂ ਜਿਹੜਾ ਕਹਿੰਦਾ ਹੈ ਕਿ ਮੇਰਾ ਬ੍ਰਾਹਮਣ ਪਰਿਵਾਰ ਦੇ ਘਰ ਜਨਮ ਹੋਇਆ ਤੇ ਮੈਂ ਵੀ ਬ੍ਰਾਹਮਣ ਤੇ ਮੈਂ ਵੀ ਉੱਚਾ ਹਾਂ। ਉਹ ਤੇ ਇੱਥੋਂ ਤੱਕ ਫਿਰ ਸਾਫ਼ ਕਹਿ ਦਿੰਦੇ ਹਨ ਕਿ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ। ਤੇਰੇ ਜਨਮ ਦਾ ਤਰੀਕਾ ਮੇਰੇ ਤਰੀਕਾ ਇੱਕੋ ਹੀ ਹੈ। ਜੇ ਤੂੰ ਕਹਿੰਦਾ ਮੈਂ ਬੜਾ ਉੱਚਾ ਹਾਂ, ਫਿਰ ਤੈਨੂੰ ਹੋਰ ਤਰੀਕੇ ਦੇ ਨਾਲ ਸੰਸਾਰ 'ਚ ਪੈਦਾ ਹੋਣਾ ਚਾਹੀਦਾ ਸੀ। ਹਮਕਤ ਤੁਮਕਤ ਬ੍ਰਾਹਮਣ ਹਮਕਤ ਸੂਦ, ਹਮਕਤ ਲੋਹੂ ਤੁਮ ਕਰ ਦੂਕਤ ਦੂਧ। ਫਿਰ ਉਹ ਕਬੀਰ ਸਾਹਿਬ ਦੂਜੀ ਉਦਾਹਰਣ ਦੇ ਕੇ ਗੱਲ ਕਰਦੇ, ਦਲੀਲ ਦਿੰਦੇ ਕਿ ਤੇਰੇ ਸਰੀਰ ਨੂੰ ਕੱਟ ਕੇ ਵੇਖੀਏ ਤੇ ਮੇਰੇ ਸਰੀਰ ਨੂੰ ਕੱਟੀਏ ਤੇ ਫਰਕ ਕੀ ਹੈ? ਬਾਹਰ ਦੀ ਚਮੜੀ ਵੀ ਇੱਕੋ, ਜਨਮ ਦਾ ਤਰੀਕਾ ਵੀ ਇੱਕੋ, ਸਰੀਰ ਦੇ ਅੰਦਰ ਮੇਰੇ ਵੀ ਖੂਨ ਹੈ ਤੇਰੇ ਵੀ ਖੂਨ ਹੈ। ਜਾਂ ਤਾਂ ਤੇਰੇ ਸਰੀਰ ਨੂੰ ਕੱਟ ਕੇ ਵਿੱਚੋਂ ਦੁੱਧ ਨਿਕਲਦਾ ਹੋਵੇ, ਮੈਂ ਕਹਾਂ ਤੂੰ ਉੱਚਾ ਹੈ ਮੈਂ ਨੀਵਾਂ ਹਾਂ, ਪਰ ਅੰਦਰ ਵੀ ਇੱਕੋ, ਬਾਹਰ ਵੀ ਇੱਕੋ, ਜਨਮ ਦਾ ਤਰੀਕਾ ਇੱਕੋ, ਮੌਤ ਦਾ ਤਰੀਕਾ ਇੱਕੋ, ਫਿਰ ਫਰਕ ਕੀ ਹੈ? ਉੱਥੇ ਉਹਨਾਂ ਨੇ ਕਿਹਾ, ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਕਹਿੰਦੇ ਬ੍ਰਾਹਮਣ ਉਹ ਉੱਚਾ, ਉਹ ਜਿਹੜਾ ਬ੍ਰਹਮ ਦੀ ਵਿਚਾਰ ਦੇ ਨਾਲ ਜੁੜ ਗਿਆ, ਤੇ ਜਿਹੜਾ ਬ੍ਰਹਮ ਦੀ ਵਿਚਾਰ ਦੇ ਨਾਲ ਨਹੀਂ ਜੁੜਿਆ ਉਹ ਬ੍ਰਾਹਮਣ ਕਹਾਉਣ ਦਾ, ਉੱਚਾ ਕਹਾਉਣ ਦਾ ਹੱਕਦਾਰ ਨਹੀਂ ਹੈ। ਮਹਾਰਾਜ ਕਹਿੰਦੇ ਬ੍ਰਾਹਮਣ ਸੰਗ ਉਦਰਣੰ, ਉਹ ਜਿਹੜਾ ਬ੍ਰਹਮ ਦੇ ਨਾਲ ਜੁੜਿਆ ਹੋਇਆ, ਬ੍ਰਹਮ ਕਰਮ ਜੇ ਪੂਰਨੇ ਵਾਲਾ ਬ੍ਰਾਹਮਣ ਹੈ।
ਜਿਹਦੇ ਜੀਵਨ ਦੇ ਬ੍ਰਹਮ ਕਰਮ ਪੂਰਨ ਹਨ, ਭਾਵ ਜਿਹੜਾ ਪਰਮਾਤਮਾ ਦੀ ਇਬਾਦਤ। ਜਿਵੇਂ ਸਤਿਗੁਰੂ ਨੇ ਸੁਖਮਨੀ ਸਾਹਿਬ 'ਚ ਪੰਡਤ ਦੀ ਗੱਲ ਕਰਦਿਆਂ ਕਿਹਾ, ਸੋ ਪੰਡਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮੈਂ ਸੁਧ ਹੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਤ ਕੈ ਉਪਦੇਸ਼ ਜਗ ਜੀਵੈ, ਹਰ ਕੀ ਕਥਾ ਹਿਰਦੈ ਬਸਾਵੈ, ਸੋ ਪੰਡਤ ਫਿਰ ਜੋਰ ਨਾ ਆਵੈ। ਉੱਥੇ ਸਤਿਗੁਰਾਂ ਨੇ ਦੱਸਿਆ ਪੰਡਤ ਕੌਣ ਹੈ, ਕਿਹੜਾ ਆਪ ਤਰਦਾ ਤੇ ਦੂਜਿਆਂ ਨੂੰ ਤਾਰ ਸਕਦਾ ਹੈ। ਤੇ ਜਿਹੜਾ ਹੁਣ ਉਹ ਮਾਲਕ ਦੇ ਨਾਲ ਨਹੀਂ ਜੁੜਿਆ, ਬਾਹਰੋਂ ਪੰਡਤ ਕਹਾਵੇ, ਗਿਆਨੀ ਕਹਾਵੇ, ਕਾਲਜੀ ਮੁੱਲਾ ਬਾਬਾ ਜੋ ਮਰਜੀ ਸੰਤ ਸਾਧ ਕਹਾਏ, ਜੀ ਅੰਦਰੋਂ ਰੱਬ ਦੇ ਨਾਲ ਨਹੀਂ ਜੁੜਿਆ, ਨਾ ਤਰਦਾ ਹੈ ਨਾ ਕਿਸੇ ਨੂੰ ਤਾਰ ਸਕਦਾ। ਉਹ ਵੀ ਸਤਿਗੁਰਾਂ ਬਚਨ ਕੀਤੇ, ਕਹਿੰਦੇ ਪੰਡਿਆ ਕਵਨ ਕੁਮਤ ਤੁਮ ਲਾਗੇ, ਬੂਟੋਗੇ ਪਰਿਵਾਰ ਸਕਲ ਸਿਓ, ਰਾਮ ਨਾ ਜਪੋ ਅਭਾਗੇ। ਪੰਡਤ ਜੀ ਕਿਹੜੇ ਕੰਮਾਂ 'ਚ ਲੱਗ ਗਏ ਹੋ, ਆਪ ਵੀ ਡੁੱਬੋਗੇ ਪਰਿਵਾਰ ਨੂੰ ਵੀ ਡੋਬੋਗੇ, ਕਿਉਂਕਿ ਰਾਮ ਪਰਮਾਤਮਾ ਦੀ ਭਗਤੀ ਤੋਂ ਟੁੱਟੇ ਹੋ, ਕਰਮ ਕਾਂਡ ਬੜੇ ਕਰਦੇ ਹੋ, ਪਰ ਜੀ ਵਧੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ। ਦਿਨ ਰਾਤ ਜੀਵਾਂ ਨੂੰ ਮਾਰਨ ਤੇ ਜੀਵਾਂ ਦਾ ਖੂਨ ਪੀਣ ਤੇ ਲੱਗੇ ਹੋ, ਤੇ ਕਹਿੰਦੇ ਹੋ ਮੈਂ ਧਰਮ ਕਰਮ ਕਰ ਰਿਹਾ ਹਾਂ। ਜੇ ਜੀਵਾਂ ਨੂੰ ਮਾਰਨਾ, ਜੀਵਾਂ ਦਾ ਮਨੁੱਖਤਾ ਦਾ ਖੂਨ ਪੀਣਾ ਧਰਮ ਹੈ, ਤੇ ਫਿਰ ਪਾਪ ਦੀ ਪਰਿਭਾਸ਼ਾ ਕੀ ਹੋਈ? ਪਾਪ ਕਿਹਨੂੰ ਕਵਾਂਗੇ? ਜੀ ਬਦੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ, ਆਪਸ ਕੋ ਮੁਨਿਵਰ ਕਰ ਥਾਪੋ, ਕਾਂ ਕੋ ਕਹੋ ਕਸਾਈ। ਜੇ ਜੀਵਾਂ ਨੂੰ ਮਾਰਨ ਤੇ ਉਹਨਾਂ ਦਾ ਖੂਨ ਪੀਣ ਵਾਲਾ ਮੁਨੀ ਹੈ, ਰਿਸ਼ੀ ਹੈ, ਪੰਡਤ ਹੈ, ਤੇ ਫਿਰ ਕਸਾਈ ਦੀ ਪਰਿਭਾਸ਼ਾ ਕੀ ਹੋਈ? ਕਸਾਈ ਕਿਹਨੂੰ ਕਵਾਂਗੇ? ਸੋ ਕਹਿਣ ਦਾ ਭਾਵ ਕਿ ਬਾਣੀ 'ਚ ਮਹਾਰਾਜ ਕਹਿੰਦੇ ਜਿਹੜਾ ਤੇ ਵਾਹਿਗੁਰੂ ਦੇ ਨਾਲ ਜੁੜ ਗਿਆ ਉਹ ਆਪ ਤਰਦਾ, ਦੂਜਿਆਂ ਨੂੰ ਤਾਰਦਾ, ਜਿਹੜਾ ਟੁੱਟਿਆ ਪਿਆ ਉਹ ਆਪ ਡੁੱਬਦਾ ਤੇ ਦੂਜਿਆਂ ਨੂੰ ਵੀ ਲੈ ਡੁੱਬਦਾ ਹੈ। ਬ੍ਰਾਹਮਣੈ ਸੰਗ ਉਦਰਣੰ, ਬ੍ਰਹਮ ਕਰਮ ਜੇ ਪੂਰਨ ਹੈ, ਆਤਮ ਰਤੰ ਸੰਸਾਰ ਗਹੰ, ਤੇ ਨਰ ਨਾਨਕ ਨਿਹਫਲੈ। ਜਿਹੜਾ ਜਿਸ ਮਨੁੱਖ ਦਾ ਆਤਮ ਰਤਨ ਭਾਵ ਆਤਮ ਅੰਦਰ ਦੀ ਬਿਰਤੀ, ਅੰਦਰ ਦਾ ਮਨ ਕੇਵਲ ਸੰਸਾਰ ਦੇ ਰੰਗਾਂ ਦੇ ਵਿੱਚ ਹੀ ਰੰਗਿਆ ਹੋਇਆ ਹੈ, ਸੰਸਾਰ ਦੇ ਵਿੱਚ ਹੀ ਅਟਕਿਆ ਹੋਇਆ ਹੈ, ਸੰਸਾਰ ਦੇ ਪਦਾਰਥਾਂ 'ਚ ਹੀ ਫਸਿਆ ਹੋਇਆ ਹੈ, ਤੇ ਨਰ ਨਾਨਕ ਨਿਹਫਲ ਹੈ। ਮਹਾਰਾਜ ਕਹਿੰਦੇ ਉਹ ਤੇ ਫਿਰ ਆਪਣੇ ਜੀਵਨ ਨੂੰ ਨਿਹਫਲ ਗਵਾ ਦਿੰਦਾ, ਵਿਅਰਥ ਗਵਾ ਦਿੰਦਾ ਹੈ। ਜਿਹੜਾ ਬ੍ਰਹਮ ਨਿਰੰਕਾਰ ਦੇ ਨਾਲ ਜੁੜ ਗਿਆ ਉਹ ਤਰਦਾ ਤੇ ਤਾਰਦਾ ਹੈ, ਤੇ ਜਿਹਦਾ ਧਿਆਨ ਕੇਵਲ ਸੰਸਾਰ ਤੱਕ ਅਟਕਿਆ ਉਹ ਡੁੱਬਦਾ ਤੇ ਡੁੱਬਦਾ ਹੈ। ਇਦੋਂ ਅੱਗੇ 66 ਨੰਬਰ ਸ਼ਲੋਕ 'ਚ ਸਤਿਗੁਰੂ ਫਰਮਾਨ ਕਰਦੇ ਹਨ, ਪਰ ਦਰਬ ਹਿਰਨੰ ਬਹੁ ਵਿਗਨ ਕਰਨੰ, ਉਚਰਨੰ ਸਰਬ ਜੀ ਕਹਿ। ਮਹਾਰਾਜ ਸੱਚੇ ਪਾਤਸ਼ਾਹ ਅਤ ਦੇ ਤ੍ਰਿਸ਼ਨਾਲੂ, ਲੋਭੀ, ਵਿਸ਼ਈ, ਵਿਕਾਰੀ ਬਿਰਤੀ ਵਾਲੇ ਮਨੁੱਖ ਦੀ ਗੱਲ ਕਰ ਰਹੇ ਨੇ ਕਿ ਉਹ ਮਨੁੱਖ ਕਿੱਦਾਂ ਦਾ ਹੈ। ਪਰ ਦਰਬ ਹਿਰਨੰ, ਦਿਨ ਰਾਤ ਉਹ ਦੂਜਿਆਂ ਦਾ ਦਰਬ ਭਾਵ ਧਨ ਲੁੱਟਣ ਕਸੁੱਟਣ ਦੇ ਵਿੱਚ ਲੱਗਿਆ ਰਹਿੰਦਾ ਹੈ, ਧਨ ਚੁਰਾਣ ਦੇ ਵਿੱਚ। ਮਲਕ ਭਾਗੋ ਵਰਗੀ ਬਿਰਤੀ, ਇਹ ਦੋ ਬਿਰਤੀਆਂ ਹੀ ਹਨ, ਭਾਈ ਲਾਲੋ ਤੇ ਮਲਕ ਭਾਗੋ। ਇੱਕ ਉਹ ਬਿਰਤੀ ਜਿਹੜੀ ਧਰਮ ਦੀ ਕਿਰਤ ਕਰਦਾ ਹੈ, ਵੰਡਦਾ ਵੀ ਹੈ। ਇੱਕ ਉਹ ਬਿਰਤੀ ਜਿਹਦੀ ਕਮਾਈ 'ਚ ਬੇਈਮਾਨੀ ਹੈ, ਜਿਹੜਾ ਦੂਜਿਆਂ ਦਾ ਖੂਨ ਪੀਣ ਤੇ ਲੱਗਿਆ ਹੈ। ਮਹਾਰਾਜ ਕਹਿੰਦੇ ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੇ ਸਾਡੇ ਕੱਪੜਿਆਂ ਤੇ ਸਰੀਰ ਤੇ ਖੂਨ ਦੇ 4 ਛਿੱਟੇ ਪੈ ਜਾਣ, ਕੱਪੜਿਆਂ ਤੇ ਚਿੱਟਾ ਹੋਵੇ ਚੋਲਾ ਤੇ 4 ਛਿੱਟੇ ਖੂਨ ਦੇ ਪੈ ਗਏ, ਆਪਾਂ ਕਹਿੰਦੇ ਕੱਪੜੇ ਪਾਉਣ ਯੋਗ ਨਹੀਂ ਰਹੇ, ਦਾਗੀ ਹੋ ਗਏ ਹਨ। ਤੇ ਜਿਹੜੇ ਦਿਨ ਰਾਤ ਮਨੁੱਖਤਾ ਦਾ ਖੂਨ ਪੀਣ ਤੇ ਲੱਗੇ ਨੇ ਉਹ ਕਿੱਦਾਂ ਨਿਰਮਲ ਹੋਏ? ਉਹ ਦਾਗੀ ਨਹੀਂ ਹਨ, ਉਹ ਮੈਲੇ ਨਹੀਂ ਹਨ। ਮਹਾਰਾਜ ਕਹਿੰਦੇ ਉਹ ਤੇ ਅੰਦਰੋਂ ਤੇ ਬਾਹਰੋਂ ਮੈਲੇ ਨੇ। ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵੈ ਮਾਨਸਾ ਤਿਨ ਕਿਉਂ ਨਿਰਮਲ ਚੀਤ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਪਰ ਬਹੁਤ ਲੋਕ ਹਨ ਐਸੇ ਜਿਹੜੇ ਹਰ ਵਕਤ ਦੂਜਿਆਂ ਦਾ ਧਨ ਲੁੱਟਣ ਤੇ ਬੇਈਮਾਨੀਆਂ ਤੇ ਠੱਗੀਆਂ ਤੇ ਲੱਗੇ ਨੇ। ਮਹਾਰਾਜ ਕਹਿੰਦੇ ਪਰ ਦਰਬ ਹਿਰਨੰ ਬਹੁ ਵਿਗਨ ਕਰਨੰ। ਫਿਰ ਇੱਦਾਂ ਦੀ ਕਪਟੀ ਕਮੀਨੀ ਬਿਰਤੀ ਹੁੰਦੀ ਹੈ,
ਐਵੇਂ ਹੀ ਦੂਜਿਆਂ ਦੇ ਰਾਹਾਂ 'ਚ ਰੁਕਾਵਟਾਂ ਪਾਈ ਜਾਣੀਆਂ, ਐਵੇਂ ਹੀ ਦੂਜਿਆਂ ਬਾਰੇ ਮਾੜਾ ਬੋਲੀ ਜਾਣਾ, ਦੂਜਿਆਂ ਦੇ ਕੰਮਾਂ ਕਾਰਾਂ ਕਾਰੋਬਾਰਾਂ ਦੇ ਵਿੱਚ ਵਿਘਨ ਪਾਉਣੇ, ਦੂਜੇ ਦੇ ਹੱਸਦੇ ਵਸਦੇ ਘਰ ਦੇ ਵਿੱਚ ਝਗੜਾ ਪਾਉਣ ਦੀ ਕੋਸ਼ਿਸ਼ ਕਰਨੀ। ਇੱਦਾਂ ਦੀ ਬਿਰਤੀ ਵਾਲੇ ਵੀ ਸਾਡੇ ਸਮਾਜ ਅੰਦਰ ਹੁੰਦੇ ਹਨ। ਉਚਰਨੰ ਸਰਬ ਜੀ ਕੈ, ਫਿਰ ਮਹਾਰਾਜ ਕਹਿੰਦੇ ਉਹ ਕਈ ਤਰ੍ਹਾਂ ਦੇ ਆਲ ਪਤਾਲ ਵਿਅਰਥ ਦੇ ਬੋਲ ਜ਼ੁਬਾਨ ਤੋਂ ਬੋਲਦੇ ਹਨ, ਮਾੜੇ ਬੋਲ ਬੋਲਦੇ ਹਨ, ਦੂਜੇ ਦੀ ਨਿੰਦਿਆ ਵਾਲੇ ਚੁਗਲੀ ਵਾਲੇ ਬੋਲ ਬੋਲਦੇ ਹਨ। ਜਿਵੇਂ ਇੱਕ ਨਸ਼ੇੜੀ ਹੈ, ਨਸ਼ੇ ਦੇ ਵਿੱਚ ਫਸਿਆ ਹੋਇਆ ਬੰਦਾ, ਸਤਿਗੁਰੂ ਬਾਣੀ 'ਚ ਕਹਿੰਦੇ ਉਹ ਆਲ ਪਿਆਲ ਪਤਾਲ ਮੂੰਹੋਂ ਬੋਲਦੇ ਜੋ ਪੀਤੇ ਮੱਤ ਵਾਲੇ। ਹੁਣ ਨਸ਼ੇ 'ਚ ਕੀ ਹੁੰਦਾ ਹੈ, ਨਸ਼ੇੜੀ ਲੋਕ ਜਿਹੜੇ ਹਨ ਬਸ ਉਹ ਨਸ਼ੇ ਦੀਆਂ ਹੀ ਗੱਲਾਂ ਕਰਦੇ ਨੇ, ਸ਼ਰਾਬ ਦੀਆਂ ਹੀ ਗੱਲਾਂ ਕਰਨਗੇ। ਬਸ ਜੀ ਸ਼ਰਾਬ ਦੀ ਪਾਰਟੀ ਮਿਲ ਜਾਏ, ਇੱਧਰੋਂ ਮਿਲ ਜਾਏ, ਉੱਧਰੋਂ ਮਿਲ ਜਾਏ, ਉਹਨਾਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਸ ਇਸੇ ਦੇ ਵਿੱਚ ਹੀ ਉਹਨਾਂ ਦਾ ਧਿਆਨ। ਤੇ ਫਿਰ ਜਦੋਂ 4 ਘੁੱਟ ਲਾ ਲੈਂਦੇ ਹਨ ਤੇ ਫਿਰ ਤਾਂ ਅਕਲ ਮਤ ਤੇ ਬਿਲਕੁਲ ਹੀ ਪੜਦਾ ਪੈ ਜਾਂਦਾ ਹੈ। ਜਦੋਂ ਸੋਫੀ ਨੇ ਉਦੋਂ ਬਸ ਸਾਰੀ ਦਿਹਾੜੀ ਸ਼ਰਾਬ ਨਸ਼ਾ ਹੀ ਲੱਭਦੇ ਫਿਰਨਗੇ, ਤੇ ਜਦੋਂ ਘੁੱਟ ਲਗਾ ਲਈ ਉਦੋਂ ਬਾਅਦ ਫਿਰ ਮੱਤ ਤੇ ਐਸਾ ਪੜਦਾ ਪੈਂਦਾ ਹੈ, ਆਪਣੇ ਪਰਾਏ ਦੀ ਸਮਝ ਹੀ ਕੋਈ ਨਹੀਂ ਰਹਿੰਦੀ। ਮਹਾਰਾਜ ਬਾਣੀ 'ਚ ਕਹਿੰਦੇ ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣਈ ਖਸਮੋ ਧੱਕੇ। ਆਪਣੇ ਪਰਾਏ ਦੀ ਪਛਾਣ ਕੋਈ ਨਹੀਂ ਰਹਿੰਦੀ ਹੈ। ਘਰ ਦੀਆਂ ਧੀਆਂ ਬੱਚੀਆਂ ਦੇ ਨਾਲ ਵੀ ਉਹ ਅੱਤ ਦੀਆਂ ਮਾੜੀਆਂ ਹਰਕਤਾਂ ਕਰਦੇ ਨੇ, ਨਸ਼ੇ ਕਰਕੇ ਪਤਾ ਹੀ ਨਹੀਂ ਲੱਗਦਾ ਕਿਹੜੀ ਪਤਨੀ ਹੈ ਕਿਹੜੀ ਭੈਣ ਹੈ। ਔਰ ਸਤਿਗੁਰੂ ਕਹਿੰਦੇ ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣਈ ਖਸਮੋ ਧੱਕੇ ਖਾਏ, ਜਿਤ ਪੀਤੈ ਖਸਮ ਵਿਸਰੈ, ਦਰਗਾ ਮਿਲੈ ਸਜਾਏ, ਝੂਠਾ ਮਦ ਮੂਲ ਨਾ ਪੀਚਈ, ਜੇਕਾ ਪਾਰ ਵਸਾਏ। ਜਿਹੜੀ ਚੰਦਰੀ ਸ਼ਰਾਬ ਇੱਥੇ ਵੀ ਖੁਆਰੀ ਦਾ ਕਾਰਨ ਬਣਦੀ ਹੈ, ਫਿਟਕਾਰਾਂ ਦਾ ਕਾਰਨ ਬਣਦੀ ਹੈ, ਪਰਿਵਾਰਾਂ ਨੂੰ ਤੋੜਨ ਦਾ ਕੰਮ ਕਰਦੀ ਹੈ, ਝਗੜੇ ਬਖੇੜੇ ਪਾਉਣ ਦਾ ਕੰਮ ਕਰਦੀ ਹੈ। ਆਪਾਂ ਵੇਖਿਆ ਪਿਛਲੇ ਦਿਨੀ ਕਿੰਨੇ ਲੋਕ ਗਲਤ ਪੀ ਕੇ ਮਰ ਗਏ, ਤੇ ਜਿਹੜੇ ਸਹੀ ਵੀ ਪੀਂਦੇ ਹਨ ਮਰਦੇ ਉਹ ਵੀ ਹਨ। ਇਹ ਨਹੀਂ ਆ ਕਿ ਉਹਨਾਂ ਨੂੰ ਗਲਤ ਮਿਲ ਗਈ ਤੇ ਬਾਕੀ ਜਿਹੜੇ ਉਹਨਾਂ ਨੂੰ ਵੀ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਨੇ। ਬਸ ਇਹ ਆ ਕੁਝ 4 ਦਿਨ ਕੱਢ ਕੇ ਮਰਦੇ ਨੇ, ਤੇ ਕਈ ਤੇ ਆਪਣੇ ਪਰਿਵਾਰ ਨੂੰ ਮਾਰ ਕੇ ਹੀ ਮਰਦੇ, ਸਾਰਾ ਕੁਝ ਨਸ਼ਿਆਂ 'ਚ ਹੀ ਰੋੜ ਦਿੰਦੇ ਹਨ। ਮਹਾਰਾਜ ਕਹਿੰਦੇ ਇਸ ਚੰਦਰੀ ਸ਼ਰਾਬ ਤੋਂ ਨਸ਼ੇ ਤੋਂ ਬਚ ਕੇ ਦਸਮ ਪਾਤਸ਼ਾਹ ਤੇ ਇੱਥੋਂ ਤੱਕ ਰਹਿਤਨਾਮਿਆਂ 'ਚ ਸਾਨੂੰ ਸਿੱਖਿਆ ਦਿੰਦੇ ਹਨ ਕਿ ਕੁੱਠਾ ਹੁੱਕਾ ਚਰਸ ਤੰਬਾਕੂ ਗਾਂਜਾ ਟੋਪੀ ਤਾੜੀ ਖਾਕੂ ਇਨਕੀ ਔਰ ਨਾ ਕਬਹੂ ਦੇਖੈ, ਰਹਿਤਵੰਤ ਸੋ ਸਿੰਘ ਵਸਿਖ। ਜਿਹੜਾ ਗੁਰੂ ਦਾ ਰਹਿਤਾਂ ਬੈਤਾਂ ਦਾ ਧਾਰਨੀ ਸਿੱਖ ਹੈ ਉਹਨੇ ਕਿਸੇ ਨਸ਼ੇ ਵੱਲ ਵੀ ਵੇਖਣਾ ਨਹੀਂ ਹੈ। ਨਸ਼ਾ ਕੇਵਲ ਗੁਰੂ ਦੀ ਬਾਣੀ ਦਾ, ਪਰਮਾਤਮਾ ਦੇ ਨਾਮ ਦਾ ਅਮਲ ਤੇ ਕੇਵਲ ਪ੍ਰਸ਼ਾਦੇ ਦਾ। ਸੋ ਜਦੋਂ ਮਨੁੱਖ ਫਿਰ ਇਹਦਾ ਨਸ਼ੇ 'ਚ ਹੁੰਦਾ ਹੈ, ਜਾਂ ਕਿਸੇ ਨੂੰ ਹੰਕਾਰ ਦਾ ਨਸ਼ਾ ਹੈ, ਜਾਂ ਕਿਸੇ ਦੀ ਕਪਟੀ ਬਿਰਤੀ ਹੈ, ਉਹ ਬੰਦਾ ਦੂਜਿਆਂ ਦਾ ਧਨ ਲੁੱਟੇਗਾ, ਦੂਜਿਆਂ ਦੇ ਕੰਮਾਂ 'ਚ ਵਿਘਨ ਪਾਏਗਾ, ਬਿਨਾਂ ਮਤਲਬ ਦੇ ਮਾੜੇ ਬੋਲ ਹਰ ਵਕਤ ਉਹ ਬੋਲਦਾ ਰਹੇਗਾ। ਅੱਗੇ ਮਹਾਰਾਜ ਕਹਿੰਦੇ ਲਓ ਲਈ ਤ੍ਰਿਸ਼ਨਾ ਅਤ ਪਤੇ ਮਨ ਮਾਏ, ਕਰਮ ਕਰਤ ਸਾ ਸੂਕਰੈ। ਹਰ ਵਕਤ ਉਧਰੋਂ ਵੀ ਧਨ ਮਿਲ ਜਾਏ, ਉਧਰੋਂ ਵੀ ਪਦਾਰਥ ਮਿਲ ਜਾਏ, ਸਾਰਾ ਕੁਝ ਮੈਂ ਹੀ ਲੈ ਲਵਾਂ, ਮੈਂ ਹੀ ਹਾਸਲ ਕਰ ਲਵਾਂ। ਅੱਤ ਦੀ ਮਾਇਆਵੀ ਭੁੱਖ ਦੇ ਵਿੱਚ ਫਿਰ ਤ੍ਰਿਸ਼ਨਾ ਦੇ ਵਿੱਚ ਬੰਦਾ ਇੱਦਾਂ ਲੁੱਟ ਕਸੁੱਟ ਵਾਲੀ ਬਿਰਤੀ ਬਣਦੀ ਹੈ। ਤੇ ਗੁਰੂ ਕਹਿੰਦੇ ਅਸਲ 'ਚ ਉਹ ਬੰਦੇ ਦੇ ਕਰਮ ਕਿਹਦੇ ਵਰਗੇ ਕਰਮ ਹਨ? ਸੂਕਰੈ, ਸੂਰ ਵਰਗੇ ਕਰਮ। ਉਹ ਦਿਨ ਰਾਤ ਬੁਰਾਈਆਂ ਦੀ ਗੰਦਗੀ ਖਾਣ ਤੇ ਲੱਗਿਆ ਰਹਿੰਦਾ। ਸੂਰ ਦਾ ਕੀ ਕੰਮ ਹੈ? ਗੰਦਗੀ ਖਾਣਾ। ਤੇ ਜਿਹੜਾ ਦੂਜੇ ਦੀ ਨਿੰਦਿਆ ਕਰ ਰਿਹਾ, ਪਰਾਇਆ ਹੱਕ ਮਾਰ ਰਿਹਾ, ਮਾੜਾ ਬੋਲ ਰਿਹਾ ਹੈ, ਗੁਰੂ ਕਹਿੰਦੇ ਉਹ ਕੀ ਕਰ ਰਿਹਾ ਹੈ? ਉਹ ਵੀ ਗੰਦਗੀ ਹੀ ਖਾ ਰਿਹਾ ਹੈ। ਉਹਦੀ ਹਾਲਤ ਵੀ ਸੂਰ ਵਰਗੀ ਜੇ, ਜਿਹੜਾ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਤੇ ਦਿਨ ਰਾਤ ਵੱਧ ਫੈਲੀਆਂ ਬੁਰਾਈਆਂ, ਨਿੰਦਿਆ, ਚੁਗਲੀ, ਕਪਟ, ਵਿਕਾਰ 'ਚ ਲੱਗਿਆ ਹੈ। ਅੱਗੇ ਅਖੀਰਲੇ ਸ਼ਲੋਕ 'ਚ ਸਤਿਗੁਰੂ ਫਰਮਾਨ ਕਰਦੇ ਹਨ, ਮਤੇ ਸਮੇਵ ਚਰਨੰ ਉਦਰਨੰ ਭੈ ਦੁੱਤਰੈ। ਜਿਹੜੇ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਮਸਤ ਹਨ, ਚਰਨਾਂ ਦੇ ਵਿੱਚ ਲੀਨ ਹਨ। ਚਰਨ ਕਿਹੜੇ? ਆਪਾਂ ਉਹਦੀ ਵਿਚਾਰ ਪਿੱਛੇ ਕਰ ਚੁੱਕੇ ਹਾਂ। ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਗੁਰੂ ਦੇ ਚਰਨ ਕੀ ਹਨ? ਚਿੱਤ ਚਰਨ ਨਾਮ। ਜਿਹੜੇ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਦੇ ਵਿੱਚ ਜੁੜੇ ਹਨ,
ਲੀਨ ਹਨ ਗੁਰੂ ਦੇ ਚਰਨਾਂ, ਗੁਰੂ ਦੇ ਸ਼ਬਦ ਨਾਮ ਬਾਣੀ ਦੇ ਵਿੱਚ। ਉਦਰਨੰਗ ਭੈ ਦੁੱਤਰੈ, ਉਹ ਫਿਰ ਸੰਸਾਰ ਰੂਪੀ ਦੁੱਤਰ ਸਾਗਰ ਤੋਂ ਪਾਰ ਲੰਘ ਜਾਂਦੇ ਹਨ। ਦੁੱਤਰ ਸ਼ਬਦ ਦਾ ਭਾਵ ਹੈ ਨਾ ਤਰਿਆ ਜਾਣ ਵਾਲਾ ਸਮੁੰਦਰ। ਸਿੱਧ ਗੋਸ਼ਟ ਬਾਣੀ 'ਚ ਵੀ ਇੱਕ ਜਗ੍ਹਾ ਤੇ ਜ਼ਿਕਰ ਆਉਂਦਾ ਹੈ, ਦੁਨੀਆ ਸਾਗਰ ਦੁੱਤਰ ਕਹੀਐ, ਕਿਉਂ ਕਰ ਪਾਈਐ ਪਾਰੋ। ਗੋਰਖ ਪੂਤ ਲੋਹਾ ਰੀਪਾ ਬੋਲੇ, ਦੇਹੋ ਸਾਚਾ ਵਿਚਾਰੋ। ਲੋਹਾ ਰੂਪਾ ਗੋਰਖਨਾਥ ਦਾ ਚੇਲਾ, ਉਹਨੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਸੀ ਕਿ ਸੰਸਾਰ ਰੂਪੀ ਸਾਗਰ ਤਾਂ ਨਾ ਤਰਿਆ ਜਾਣ ਵਾਲਾ ਸਮੁੰਦਰ ਹੈ, ਇਹਨੂੰ ਕਿੱਦਾਂ ਬੰਦਾ ਪਾਰ ਲੰਘ ਸਕਦਾ, ਇਹਦੇ ਬਾਰੇ ਆਪਣੀ ਵਿਚਾਰ ਦਵੋ। ਤੇ ਉੱਥੇ ਫਿਰ ਅੱਗੇ ਚੱਲ ਕੇ ਸਤਿਗੁਰਾਂ ਨੇ ਕਿਹਾ ਸੀ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਿਸ਼ਾਨੈ, ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ। ਜੇ ਸੁਰਤ ਸ਼ਬਦ 'ਚ ਜੁੜ ਜਾਏ, ਅਕਾਲ ਦੀ ਬੰਦਗੀ 'ਚ ਜੁੜ ਜਾਏ, ਨਾਮ ਬਾਣੀ ਸ਼ਬਦ ਬੇੜਾ ਬਣ ਜਾਏ ਤੇ ਜੀਵ ਦੀ ਸੁਰਤ ਉਹਦੇ ਤੇ ਅਸਵਾਰੀ ਕਰੇ, ਤੇ ਫਿਰ ਜੀਵ ਸੰਸਾਰ ਰੂਪੀ ਸਾਗਰ ਤੋਂ ਪਾਰ ਲੰਘ ਸਕਦਾ ਹੈ। ਸ਼ਬਦ ਗੁਰੂ, ਸੁਰਤ ਧੁਨ ਚੇਲਾ ਦੀ ਗੱਲ। ਮਹਾਰਾਜ ਕਹਿੰਦੇ ਮਤੇ ਸਮੇਵ ਚਰਨੰ, ਜਿਹੜੇ ਪ੍ਰਮਾਤਮਾ ਗੁਰੂ ਦੇ ਨਾਮ ਸ਼ਬਦ ਚਰਨਾਂ ਦੇ ਵਿੱਚ ਲੀਨ ਹਨ, ਜੁੜੇ ਹੋਏ ਹਨ। ਉਦਰਨੰਗ ਭੈ ਦੁੱਤਰੈ, ਉਹ ਸੰਸਾਰ ਦੇ ਡਰਾਉਣੇ ਨਾ ਤਰੇ ਜਾਣ ਵਾਲੇ ਸੰਸਾਰ ਤੋਂ ਵੀ ਪਾਰ ਲੰਘ ਜਾਂਦੇ ਹਨ। ਅਨੇਕ ਪਾਤਿਕ ਹਰਨੰ, ਨਾਨਕ ਸਾਧ ਸੰਗਮ ਨਾ ਸੰਸੈ। ਕੋਈ ਸੰਸਾ, ਕੋਈ ਸ਼ੰਕਾ ਇਸ ਗੱਲ ਦੇ ਵਿੱਚ ਨਹੀਂ ਹੈ। ਜਿਹੜੇ ਸੰਗਤ 'ਚ ਆ ਕੇ ਗੁਰ ਸ਼ਬਦ ਤੇ ਨਾਮ ਬਾਣੀ ਦੇ ਨਾਲ ਜੁੜਦੇ ਨੇ, ਅਨੇਕ ਪਾਤਿਕ ਹਰਨੰ, ਉਹਨਾਂ ਦੇ ਜੀਵਨ ਰੂਪੀ ਰਸਤੇ ਦੇ ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਮੁਸੀਬਤਾਂ ਹਨ, ਸੰਕਟ ਹਨ, ਪਾਪ ਹਨ, ਉਹਨਾਂ ਦਾ ਹੁੰਦਾ ਹੈ ਨਾਸ਼। ਤੇ ਉਹ ਸਤ ਸੰਗਤ ਗੁਰਬਾਣੀ ਗੁਰੂ ਕੇ ਉਪਦੇਸ਼ ਦੀ ਬਰਕਤ ਤੇ ਬਖਸ਼ਿਸ਼ ਸਦਕਾ ਸੰਸਾਰ ਰੂਪੀ ਸਾਗਰ ਤੋਂ ਪਾਰ ਲੰਘਦੇ ਹਨ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਤੇ ਉਹ ਤਰਨ ਵਾਲੇ ਗੁਰਮੁਖ ਕੇਵਲ ਆਪ ਹੀ ਨਹੀਂ ਤਰਦੇ ਹਨ, ਮੰਨੈ ਪਰ ਵਾਰੈ ਸਾਧਾਰ, ਮੰਨੈ ਤਰੇ ਤਾਰੇ ਗੁਰਸਿੱਖ। ਉਹ ਹੋਰ ਕਈਆਂ ਨੂੰ ਤਾਰਨ ਦੇ ਸਮਰੱਥ ਬਣਦੇ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਭਾਈ ਮੰਝ ਦੀ ਵਡਿਆਈ ਕਰਦਿਆਂ ਇੱਕ ਬਚਨ ਉਹਨਾਂ ਨੇ ਕਿਹਾ, ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਇਤਾ ਜਗ ਲੰਘਣ ਹਾਰਾ। ਇਹ ਭਾਈ ਮੰਝ ਤੂੰ ਆਪ ਤੇ ਤਰਿਆ ਹੀ ਹੈ, ਤੂੰ ਤੇ ਬਾਕੀ ਸੰਗਤ ਦੇ ਲਈ ਵੀ ਬੋਹਿਥਾ ਬਣ ਗਿਆ ਤੇ ਦੂਜਿਆਂ ਨੂੰ ਵੀ ਪਾਰ ਲੰਘਾਉਣ ਦੇ ਸਮਰੱਥ ਬਣ ਗਿਆ ਹੈ। ਸੋ ਇਹ ਹੈ ਮਿਲਬੇ ਕੀ ਮਹਿਮਾ ਬਰਨ ਨਾ ਸਾਕੂ। ਜਿਹੜਾ ਮਿਲ ਗਿਆ ਉਹ ਤੇ ਮਾਲਕ ਵਰਗਾ ਹੀ ਹੋ ਗਿਆ। ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ। ਜਿਉ ਪਾਨੀ ਸੰਗ ਪਾਨੀ ਸਤਿਗੁਰੂ ਮੇਰ ਕਰਨ, ਗੁਰੂ ਕੇ ਉਪਦੇਸ਼ ਹਿਰਦੇ 'ਚ ਵਸਣ, ਗੁਰਮਤਿ ਦੇ ਧਾਰਨੀ ਹੋਈਏ। ਇੱਥੇ 67 ਸ਼ਲੋਕਾਂ ਦੀ ਸੰਪੂਰਨਤਾ ਹੈ। ਉੱਪਰ ਆਪ ਜੀ ਦੇਖ ਰਹੇ ਹੋਵੋਗੇ ਕਿ 67 ਦੇ ਨਾਲ 4 ਲਿਖਿਆ ਹੋਇਆ ਹੈ ਗਿਣਤੀ ਦਾ। ਉਹਦਾ 4 ਦਾ ਭਾਵ ਹੈ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ 4 ਸ਼ਲੋਕ ਆਏ ਹਨ ਉਹ, ਤੇ 67 ਸ਼ਲੋਕ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ। ਇੱਦਾਂ ਇਹ ਸਹਿਸਕ੍ਰਿਤੀ ਦੇ ਸਰਲੇਖ ਹੇਠ ਕੁੱਲ 71 ਸ਼ਲੋਕ ਬਣਦੇ ਹਨ। ਗੁਰੂ ਨਾਨਕ ਸਾਹਿਬ ਜੀ ਦੇ 4 ਤੇ 67 ਗੁਰੂ ਅਰਜਨ ਸਾਹਿਬ ਜੀ ਦੇ। ਇਦੋਂ ਅੱਗੇ ਗਾਥਾ ਬਾਣੀ ਹੈ ਜਿਹਦੀ ਵਿਚਾਰ ਆਪਾਂ ਕੱਲ ਤੋਂ ਆਰੰਭ ਕਰਾਂਗੇ। ਆਪ ਜੀ ਨੇ ਇਸੇ ਤਰ੍ਹਾਂ ਆਪ ਵੀ ਜੁੜਨਾ, ਹੋਰ ਵੀ ਸੰਗਤਾਂ ਨੂੰ ਵੱਧ ਤੋਂ ਵੱਧ ਗੁਰੂ ਚਰਨਾਂ 'ਚ ਜੋੜਨ ਦਾ ਉਦਮ ਕਰਨਾ, ਤਾਂ ਕਿ ਵੱਧ ਤੋਂ ਵੱਧ ਪ੍ਰਾਣੀ ਗੁਰਬਾਣੀ ਤੇ ਗੁਰਬਾਣੀ ਵਿਚਾਰ ਦਾ ਲਾਹਾ ਲੈ ਸਕਣ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਸਮੁੱਚੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਅਣਜਾਣ ਦਾਸਰਾ ਸਮਝਦਿਆਂ ਨਾ ਚਿਤਾਰਨੀਆਂ। ਫਤਿਹ ਦੀ ਸਾਂਝ ਪਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।